प्यारे दोस्तों, ਅੱਜ ਅਸੀਂ ਤੁਹਾਨੂੰ ਪੰਜਾਬੀ ਦੀ ਇੱਕ ਅਜਿਹੀ ਸ਼ਖਸੀਅਤ, ਅਜਿਹੇ ਸਾਹਿਤਕਾਰ ਦੀ ਦੇਣ ਬਾਰੇ ਚਰਚਾ ਕਰਾਂਗੇ ਜਿਸ ਨੇ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਾਵਿ ਜਗਤ ਦੇ ਵਿੱਚ ਆਪਣੀ ਵਿਲੱਖਣ ਪ੍ਰਤਿਭਾ ਅਤੇ ਪ੍ਰਤੀਬੱਧਤਾ ਦੁਆਰਾ ਨਿਵੇਕਲੀਆਂ ਰਾਹਾਂ ਨੂੰ ਤਾਮੀਰ ਕੀਤਾ, ਬਣਾਇਆ, ਚੁਣਿਆ ਔਰ ਉਸ ਦਾ ਜਿਹੜਾ ਕਾਵਿ ਹੈ, ਉਸ ਦੀ ਜਿਹੜੀ ਰਚਨਾ ਹੈ, ਉਹ ਸਾਡੇ ਹਿਰਦਿਆਂ ਦੇ ਵਿੱਚ, ਸਾਡੇ ਮਨੁੱਖੀ ਮਨਾਂ ਦੇ ਵਿੱਚ ਧੂ ਪਾਉਂਦੀ ਹੈ ਔਰ ਅੱਜ ਵੀ ਉਹ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ, ਆਧਾਰ ਹੈ। ਇਹ ਨਾਂ ਹੈ ਪੰਜਾਬੀ ਦਾ ਬਹੁਤ ਹੀ ਪਿਆਰਾ ਨਾਂ, ਬਾਵਾ ਬਲਵੰਤ। ਬਾਵਾ ਬਲਵੰਤ ਦਾ ਜੀਵਨ ਬੜਾ ਸੰਘਰਸ਼ਮਈ ਰਿਹਾ। ਕਵਿਤਾ ਇਹਨਾਂ ਦੇ ਬਚਪਨ ਤੋਂ ਹੀ ਇਹਨਾਂ ਦੇ ਅੰਦਰੋਂ ਫੁੱਟਣੀ ਸ਼ੁਰੂ ਹੋ ਗਈ ਸੀ ਔਰ ਫਿਰ ਇਹ ਦਿੱਲੀ ਦੇ ਵਿੱਚ ਰਹੇ। ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਉੱਥੇ ਇਹਨਾਂ ਨੇ ਕੰਮ ਕੀਤਾ ਔਰ ਉੱਥੇ ਹੀ ਇਹਨਾਂ ਦਾ ਪਿਆਰ ਜਿਹੜਾ ਹੈ ਉਹ ਪਨਪਿਆ ਔਰ ਉਸ ਪਿਆਰ ਦੀਆਂ, ਮੁੱਢਲੇ ਪਿਆਰ ਦੀਆਂ ਜਿਹੜੀਆਂ ਪੇਸ਼ਕਾਰੀਆਂ ਉਹ ਆਪਾਂ ਨੂੰ ਇਹਨਾਂ ਦੇ ਸਾਹਿਤ ਦੇ ਵਿੱਚ ਮਿਲਦੀ ਹੈ। ਸਾਡੇ ਕਾਵਿ ਸੰਗ੍ਰਹਿ ਵਿੱਚ, ਪੁਸਤਕ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਸਮਾਜਵਾਦ, ਉਸ ਦਾ ਹਾਰ ਅਤੇ ਦੂਰ ਇੱਕ ਬਹਿਲੀ ਖੜੀ, ਇਹ ਰਚਨਾਵਾਂ ਸ਼ਾਮਲ ਨੇ। ਆਪਾਂ ਇਹਨਾਂ ਦੇ ਸਮੁੱਚੇ ਸਾਹਿਤਕ ਯੋਗਦਾਨ ਉੱਤੇ ਅੱਜ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਔਰ ਇਹ ਦੇਖਾਂਗੇ ਕਿ ਇਹਨਾਂ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਆਪਣਾ ਮੁਕਾਮ ਆਪਣੇ ਕਿਹੜੇ ਗੁਣਾਂ ਕਰਕੇ ਪ੍ਰਾਪਤ ਕੀਤਾ, ਕਿ ਪੰਜਾਬੀ ਦੀ ਜਿਹੜੀ ਨੇ ਅਮੀਰ ਪਰੰਪਰਾ ਰਹੀ ਹੈ, ਜਿਸ ਦੇ ਵਿੱਚ, ਜਿਸ ਦਾ ਆਰੰਭ ਸ਼ੇਖ ਬਾਬਾ ਫਰੀਦ ਦੀ ਰਚਨਾ ਨਾਲ ਹੋਇਆ ਮੰਨਿਆ ਜਾਂਦਾ ਹੈ, ਉਹ ਉਸ ਪਰੰਪਰਾ ਦੇ ਵਿੱਚ ਆਪਣਾ ਸਥਾਨ ਮੁਕਰਰ ਕਰਨਾ, ਨਿਸ਼ਚਿਤ ਕਰਨਾ ਇੱਕ ਬੜੀ ਮਹੱਤਵਪੂਰਨ ਗੱਲ ਹੈ। ਇੱਕ ਚੈਲੰਜ ਆਪਾਂ ਕਹਿ ਸਕਦੇ ਹਾਂ। ਜੇ ਅੱਜ ਵੀ ਉਹਨਾਂ ਦੀਆਂ ਰਚਨਾਵਾਂ ਸਾਡੇ ਦਿਲੋਂ ਦਿਮਾਗ ਉੱਤੇ ਅਸਰ ਕਰਨ ਦੀ ਸਮਰੱਥਾ ਰੱਖਦੀਆਂ ਨੇ, ਤਾਂ ਅਸੀਂ ਕਿਉਂ ਇਹ ਗੱਲ ਕਰਦੇ ਹਾਂ, ਕਿਉਂ ਅਸਰ ਕਰਦੀਆਂ ਨੇ, ਇਹ ਦੇਖਾਂਗੇ ਆਪਾਂ ਅੱਜ ਦੀ ਚਰਚਾ ਦੇ ਵਿੱਚ। ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਔਰ ਦੋਸਤੋ, ਮੈਂ ਇਸ ਨੂੰ ਆਪਾਂ ਸੂਚੀ ਦੇਣ ਵੀ ਕਹਿ ਸਕਦੇ ਹਾਂ ਉਹਨਾਂ ਦੀ, ਔਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਉਸਾਰੂ ਜਜ਼ਬਿਆਂ ਦਾ ਉਹਨੂੰ ਸ਼ਾਇਰ ਵੀ ਕਹਿ ਸਕਦੇ ਹਾਂ, ਉਹਨਾਂ ਨੂੰ ਪ੍ਰਗਤੀਵਾਦੀ ਸ਼ਾਇਰ ਵੀ ਕਹਿ ਸਕਦੇ ਹਾਂ, ਰੋਮਾਂਸਵਾਦ ਅਤੇ ਸਮਾਜਵਾਦੀ ਵਿਚਾਰਾਂ ਦੇ ਸੁਮੇਲ ਵਾਲਾ ਸ਼ਾਇਰ ਵੀ ਕਹਿ ਸਕਦੇ ਹਾਂ ਆਪਾਂ ਉਸ ਨੂੰ, ਕਿਉਂਕਿ ਇਹ ਸਾਰੇ ਰੰਗ ਉਸ ਦੀ ਸ਼ਾਇਰੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਲਓ ਜੀ, ਆਪਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਉਹਨੂੰ ਸਿਲਸਿਲੇਵਾਰ ਗੱਲ, ਕਿ ਆਧੁਨਿਕ ਪੰਜਾਬੀ ਸਾਹਿਤ ਦੀ ਉਤਪੱਤੀ, ਪ੍ਰਗਤੀ ਅਤੇ ਵਿਕਾਸ ਵਿੱਚ ਜਿਨ੍ਹਾਂ ਸਾਹਿਤਕਾਰਾਂ ਨੇ ਆਪਣੀ ਇਤਿਹਾਸਿਕ ਭੂਮਿਕਾ ਨਿਭਾਈ ਹੈ, ਉਹਨਾਂ ਵਿੱਚ ਬਾਵਾ ਬਲਵੰਤ ਦਾ ਨਾਂ ਬੜੇ ਹੀ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਬਾਵਾ ਬਲਵੰਤ ਦੀ ਕਵਿਤਾ ਪੰਜਾਬੀ ਸਾਹਿਤ ਦਾ ਅਮਰ ਖਜ਼ਾਨਾ ਹੈ। ਆਪ ਦੀਆਂ ਮਹਾਨ ਰਚਨਾਵਾਂ ਪੰਜਾਬੀ ਸਾਹਿਤ ਦੇ ਖਜ਼ਾਨੇ ਦੀ ਸਦਾ ਲਈ ਸ਼ੋਭਾ ਵਧਾਉਂਦੀਆਂ ਰਹਿਣਗੀਆਂ। ਕਿਸੇ ਵੀ ਸਾਹਿਤਕਾਰ ਦੀ ਸਾਹਿਤਕ ਦੇਣ ਬਾਰੇ ਜਦੋਂ ਅਸੀਂ ਚਰਚਾ ਕਰਦੇ ਹਾਂ, ਉਸ ਸਮੇਂ ਅਸੀਂ ਆਪਣੇ ਸਾਹਿਤ ਦੀ ਪਰੰਪਰਾ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਦੇ ਹੋਏ ਇਹ ਵੇਖਣ, ਜਾਚਣ ਅਤੇ ਪਰਖਣ ਦਾ ਉਪਰਾਲਾ ਕਰਦੇ ਹਾਂ ਕਿ ਵਿਚਾਰ ਅਧੀਨ ਸਾਹਿਤਕਾਰ ਨੇ ਤੁਰੀ ਆ ਰਹੀ ਸਾਹਿਤਕ ਪਰੰਪਰਾ ਵਿੱਚ ਕਿਹੜੇ ਪੱਖਾਂ ਤੋਂ ਵਾਧਾ ਕੀਤਾ ਹੈ, ਭਾਵ ਸਾਡੀ ਸਾਹਿਤਕ ਪਰੰਪਰਾ ਨੂੰ ਅਮੀਰ ਬਣਾਇਆ ਹੈ। ਉਸ ਲੇਖਕ ਦੀ ਸਾਹਿਤਕ ਰਚਨਾ ਦੀਆਂ ਅਜਿਹੀਆਂ ਕਿਹੜੀਆਂ ਕਲਾਤਮਕ ਖੂਬੀਆਂ ਹਨ ਜਿਹੜੀਆਂ ਹੋਰਨਾਂ ਲੇਖਕਾਂ ਨਾਲੋਂ ਨਿਵੇਕਲੀਆਂ, ਮੌਲਿਕ ਅਤੇ ਵਿਲੱਖਣ ਹਨ। ਉਸਨੇ ਸਾਹਿਤਕ ਪਰੰਪਰਾ ਨੂੰ ਵਿਚਾਰਧਾਰਕ ਤੌਰ 'ਤੇ ਕਿਸ ਹੱਦ ਤੱਕ ਅਮੀਰ, ਸਮਰਿੱਧ ਅਤੇ ਵਿਸ਼ਾਲ ਬਣਾਇਆ ਹੈ ਜਾਂ ਬਣਾਉਣ ਲਈ ਯੋਗਦਾਨ ਪਾਇਆ ਹੈ। ਬਾਵਾ ਬਲਵੰਤ ਦਾ ਜਨਮ 1951 ਈਸਵੀ ਨੂੰ ਠਾਕਰ ਦੀਨਾਨਾਥ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਆਪ ਦਾ ਮੁੱਢਲਾ ਨਾਂ ਦੀਵਾਨ ਮੰਗਲ ਸੈਨ ਸੀ, ਪਰੰਤੂ ਬਾਅਦ ਵਿੱਚ ਸਾਹਿਤਕ ਹਲਕਿਆਂ ਵਿੱਚ ਆਪ ਬਾਵਾ ਬਲਵੰਤ ਦੇ ਨਾਂ ਨਾਲ
ਹੀ ਮਸ਼ਹੂਰ ਹੋਏ। ਆਪ ਦੇ ਦਾਦਾ ਹਕੀਮ ਮਿਸਰ ਮੂਲ ਚੰਦਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ ਖਾਨਦਾਨੀ ਹਕੀਮ ਸਨ। ਆਪ ਦਾ ਸਾਰਾ ਜੀਵਨ ਹੀ ਤੰਗ ਦਸਤੀ ਵਿੱਚ ਬੀਤਿਆ। ਆਪ ਆਪਣੀ ਜਵਾਨੀ ਦੇ ਦਿਨਾਂ ਵਿੱਚ ਮੁੰਡਿਆਰਾਂ ਵਾਲੇ ਬਾਜ਼ਾਰ ਵਿਖੇ ਖੇਸਾਂ, ਚਾਦਰਾਂ ਆਦਿ ਦੇ ਰੰਗ ਬਰੰਗੇ ਠੱਪੇ ਲਾਉਣ ਦਾ ਕੰਮ ਕਰਦੇ ਸਨ। ਇੱਥੇ ਹੀ ਇਹਨਾਂ ਦੀ ਕਵਿਤਾ ਲਈ ਪ੍ਰੇਰਨਾ ਸਰੋਤ ਬਣੀ ਮੁਟਿਆਰ ਕ੍ਰਿਸ਼ਨਾ ਨਾਲ ਰੋਮਾਂਸ ਦੀ ਸ਼ੁਰੂਆਤ ਹੋਈ। ਆਪ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਕ੍ਰਿਸ਼ਨਾ ਨਾਲ ਪਵਿੱਤਰ ਪਿਆਰ ਦਾ ਜ਼ਿਕਰ ਮਿਲਦਾ ਹੈ। ਆਪ 1972 ਈਸਵੀ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਗਰਮ ਲੂਆਂ ਦੀ ਤਾਬ ਨਾ ਸਹਾਰਦੇ ਹੋਏ ਇਸ ਸੰਸਾਰ ਵਿੱਚੋਂ ਸਦਾ ਲਈ ਕੂਚ ਕਰ ਗਏ। ਅਕਾਦਮਿਕ ਪੱਖੋਂ ਬੇਸ਼ੱਕ ਆਪ ਬਹੁਤਾ ਪੜ੍ਹੇ ਨਹੀਂ ਸਨ, ਪਰੰਤੂ ਜੀਵਨ ਦਾ ਤਜਰਬਾ ਅਤੇ ਗਿਆਨ ਬਹੁਤ ਡੂੰਘਾ ਸੀ। ਆਪ ਉਰਦੂ, ਫਾਰਸੀ ਵੀ ਚੰਗੀ ਤਰ੍ਹਾਂ ਜਾਣਦੇ ਸਨ। ਆਪਣੇ ਪੰਜਾਬੀ ਸਾਹਿਤ ਨੂੰ ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ, ਸੁਗੰਧ ਸੁਮੀਰ ਆਦਿ ਕਾਵਿ ਸੰਗ੍ਰਹਿ ਭੇਟ ਕੀਤੇ ਹਨ। ਬਾਵਾ ਬਲਵੰਤ ਨੇ ਖੁੱਲ੍ਹੀ ਕਵਿਤਾ, ਗੀਤਾਂ ਅਤੇ ਗਜ਼ਲਾਂ ਦੇ ਰੂਪ ਵਿੱਚ ਬਹੁਤ ਸਾਰੀ ਰਚਨਾ ਕੀਤੀ ਹੈ। ਆਪ ਮੂਲ ਰੂਪ ਵਿੱਚ ਸਮਾਜਵਾਦੀ, ਪ੍ਰਗਤੀਵਾਦੀ, ਮਾਨਵਵਾਦੀ ਵਿਚਾਰਧਾਰਾ ਨੂੰ ਅਪਣਾਏ ਹੋਏ ਸਾਹਿਤਕਾਰ ਹਨ। ਆਪ ਨੇ ਪ੍ਰਗਤੀਵਾਦੀ ਵਿਚਾਰਾਂ ਦੇ ਨਾਲ ਨਾਲ ਮੂਲ ਮਾਨਵੀ ਭਾਵਾਂ ਦੇ ਅਨੁਕੂਲ ਤੇ ਅਨੁਰੂਪ ਹੀ ਕਵਿਤਾ ਰਚੀ ਹੈ। ਆਪ ਨੇ ਪ੍ਰੇਮ ਵਰਗੇ ਕੋਮਲ ਜਜ਼ਬੇ ਉੱਤੇ ਵੀ ਬੜੀ ਸਪਸ਼ਟਤਾ ਅਤੇ ਸੁਹਿਰਦਤਾ ਨਾਲ ਆਪਣੇ ਵਿਚਾਰ ਪ੍ਰਗਟਾਏ ਹਨ। ਆਪ ਦੀ ਕਵਿਤਾ ਵਿੱਚ ਵਿਚਾਰਧਾਰਾ ਇੰਨੇ ਸਹਿਜ ਸੁਭਾਵਿਕ ਰੂਪ ਵਿੱਚ ਪੇਸ਼ ਹੋਈ ਹੈ ਕਿ ਉਹ ਕਵਿਤਾ ਦਾ ਹੀ ਅੰਗ ਭਾਸਦੀ ਹੈ। ਕਵਿਤਾ ਵਿੱਚ ਭਾਵਾਂ ਦਾ ਬਹਾਉ ਸੁਭਾਵਿਕ ਅਤੇ ਮੋੜ ਵਿਖਾਈ ਦਿੰਦਾ ਹੈ। ਆਪ ਦੀ ਕਵਿਤਾ ਵਿੱਚ ਲੈਅ ਅਤੇ ਸੰਗੀਤ ਇਸ ਕਦਰ ਪ੍ਰਮੁੱਖਤਾ ਸਹਿਤ ਪੇਸ਼ ਹੁੰਦਾ ਹੈ ਕਿ ਆਪ ਦੀ ਰਚਨਾ ਪੜ੍ਹਦੇ ਪੜ੍ਹਦੇ ਪਾਠਕ ਉਸ ਦੇ ਨਾਲ ਹੀ ਬਹਿ ਤੁਰਦਾ ਹੈ। ਬਾਵਾ ਬਲਵੰਤ ਇੱਕ ਯੁੱਗ ਪਲਟਾਊ ਕਵੀ ਹੈ। ਉਹ ਕ੍ਰਾਂਤੀਕਾਰੀ ਵਿਚਾਰਾਂ ਦਾ ਸਵਾਮੀ ਹੈ। ਉਸ ਦੀ ਰਚਨਾ ਮਨੁੱਖੀ ਮਨ ਵਿੱਚ ਅਜਿਹੇ ਭਾਵ ਪੈਦਾ ਕਰਦੀ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਉਸਾਰੂ, ਵਧੀਆ, ਨੇਕ, ਉਤਕ੍ਰਿਸ਼ਟ ਤੇ ਸਾਰਥਕ ਕਾਰਜ ਕਰਨ ਵੱਲ ਰੁਚਿਤ ਹੁੰਦਾ ਹੈ। ਉਸ ਦੀ ਰਚਨਾ ਆਸ਼ਾਵਾਦੀ ਨਜ਼ਰੀਏ, ਭਾਵਾਂ ਅਤੇ ਵਿਚਾਰਾਂ ਨੂੰ ਪੇਸ਼ ਕਰਦੀ ਹੈ। ਉਸ ਦੀ ਰਚਨਾ ਸਮਾਜ ਭਲਾਈ ਅਤੇ ਲੋਕ ਹਿੱਤੂ ਜਜ਼ਬੇ ਨੂੰ ਪ੍ਰਮੁੱਖਤਾ ਅਤੇ ਸੁਹਿਰਦਤਾ ਸਹਿਤ ਪੇਸ਼ ਕਰਦੀ ਹੈ। ਉਸ ਨੇ ਆਪਣੀ ਰਚਨਾ ਵਿੱਚ ਮਨੁੱਖ ਹਿੱਤੂ ਸ਼ਕਤੀਆਂ ਨੂੰ ਪ੍ਰਸ਼ੰਸਾਤਮਕ ਸੁਰ ਨਾਲ ਪ੍ਰਸਤੁਤ ਕੀਤਾ ਹੈ। ਮਾਨਵ ਦੁਖੀ ਸ਼ਕਤੀਆਂ ਨੂੰ ਭੰਡਿਆ। ਉਸ ਲਈ ਸਭ ਤੋਂ ਵੱਧ ਪ੍ਰੇਰਕ ਸੋਮਾ ਮਾਰਕਸਵਾਦ ਹੈ। ਉਹ ਇਸ ਫਲਸਫੇ ਨੂੰ ਇਸ ਕਰਕੇ ਪਿਆਰ ਅਤੇ ਸਤਿਕਾਰ ਦਿੰਦਾ ਹੈ ਕਿਉਂ ਜੋ ਉਹ ਸਮਝਦਾ ਹੈ ਕਿ ਮਨੁੱਖਤਾ ਦੀ ਭਲਾਈ ਇਸੇ ਫਲਸਫੇ ਦੀ ਸਫਲਤਾ ਵਿੱਚ ਛੁਪੀ ਹੋਈ ਹੈ। ਉਸ ਦੀ ਕਵਿਤਾ ਸਮਾਜਵਾਦੀ ਵਿਚਾਰਾਂ ਨੂੰ ਪ੍ਰਮੁੱਖਤਾ ਸਹਿਤ ਪੇਸ਼ ਕਰਦੀ ਹੈ। ਉਹ ਇਤਿਹਾਸਕ, ਮਿਥਿਹਾਸਕ ਹਵਾਲਿਆਂ, ਘਟਨਾਵਾਂ, ਵਿਅਕਤੀਆਂ, ਸ਼ਖਸੀਅਤਾਂ ਨੂੰ ਆਪਣੀ ਰਚਨਾ ਵਿੱਚ ਬੜੇ ਹੀ ਸਲੀਕੇ ਨਾਲ ਪ੍ਰਯੋਗ ਵਿੱਚ ਲਿਆਉਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਕਾਰਲ ਮਾਰਕਸ, ਮਹਾਤਮਾ ਬੁੱਧ, ਲੈਨਿਨ ਆਦਿ ਮਹਾਨ ਇਤਿਹਾਸਕ ਸ਼ਖਸੀਅਤਾਂ ਦਾ ਜ਼ਿਕਰ ਉਹ ਆਪਣੀਆਂ ਰਚਨਾਵਾਂ ਵਿੱਚ ਬੜੇ ਫਖਰ ਨਾਲ ਕਰਦਾ ਹੈ। ਜਿੱਥੇ ਉਸ ਦੀ ਕਵਿਤਾ ਵਿਚਾਰਧਾਰਕ ਤੌਰ ਉੱਪਰ ਬਲਵਾਨ ਹੁੰਦੀ ਹੈ, ਉੱਥੇ ਉਹ ਕਲਾਤਮਕ ਤੌਰ ਉੱਤੇ ਆਪਣੀਆਂ ਰਚਨਾਵਾਂ ਨੂੰ ਪੂਰੀ ਪਰਪੱਕਤਾ ਪ੍ਰਦਾਨ ਕਰਦਾ ਹੈ। ਉਸ ਦੀ ਕਵਿਤਾ ਸਾਹਿਤ ਦੇ ਮੂਲ ਮੰਤਰ ਸਤਿਅਮ ਸ਼ਿਵਮ ਸੁੰਦਰਮ ਉੱਪਰ ਪੂਰਾ ਉਤਰਦੀ ਹੈ। ਉਸ ਦੀ ਕੋਈ ਵੀ ਰਚਨਾ ਕਲਾਤਮਕ ਪੱਖੋਂ ਊਣੀ ਜਾਂ ਅਧੂਰੀ ਨਹੀਂ ਹੁੰਦੀ। ਉਸ ਨੇ ਆਰਥਿਕ ਸ਼ੋਸ਼ਣ, ਪਿਆਰ, ਮੁਹੱਬਤ, ਪ੍ਰਕਿਰਤੀ ਚਿਤਰਣ, ਸਮਾਜਵਾਦ, ਮਨੁੱਖੀ ਸੱਭਿਅਤਾ ਅਤੇ ਸੱਭਿਆਚਾਰ ਦੇ ਵਿਭਿੰਨ ਪੱਖਾਂ ਅਤੇ ਪਹਿਲੂਆਂ ਉੱਪਰ ਬੜੀ ਸਫਲਤਾ ਸਹਿਤ ਕਲਮ ਚਲਾਈ ਹੈ। ਬਾਵਾ ਬਲਵੰਤ ਦੀ ਸ਼ਾਇਰੀ ਦੀ ਇਹ ਖੂਬੀ ਨਜ਼ਰ ਆਉਂਦੀ ਹੈ ਕਿ ਉਹ ਜਿਸ ਵੀ ਸਥਿਤੀ ਭਾਵ ਦਾ ਚਿਤਰਣ ਕਰ ਰਿਹਾ ਹੋਵੇ, ਉਸ ਨੂੰ ਉਸ ਦੇ ਪੂਰੇ ਪਾਸਾਰ ਵਿੱਚ ਅਭਿਵਿਅਕਤ ਕਰਦਾ ਹੈ। ਪ੍ਰਕਿਰਤੀ ਚਿਤਰਣ ਬਾਰੇ ਉਸ ਦੇ ਕਾਵਿ ਪ੍ਰਗਟਾਅ ਨੂੰ ਇੱਥੇ ਉਦਾਹਰਣ ਲਈ ਪ੍ਰਸਤੁਤ ਕੀਤਾ ਜਾ ਸਕਦਾ ਹੈ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਤੋਂ ਬਾਅਦ ਪ੍ਰਕਿਰਤੀ ਦਾ ਬਹੁਤ ਹੀ ਖੂਬਸੂਰਤ ਚਿਤਰਣ ਬਾਵਾ ਬਲਵੰਤ ਦੀ ਕਵਿਤਾ ਵਿੱਚ ਹੋਇਆ ਮਿਲਦਾ ਹੈ। ਪ੍ਰਾਕਿਰਤਿਕ ਦ੍ਰਿਸ਼ ਉਸ ਦੀ ਕਵਿਤਾ ਵਿੱਚ ਸਜੀਵ ਰੂਪ ਵਿੱਚ ਪੇਸ਼ ਹੋਏ ਹਨ। ਬਾਵਾ ਬਲਵੰਤ ਦੀ ਕਵਿਤਾ ਦੀਆਂ ਅਨੇਕਾਂ ਖੂਬੀਆਂ, ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦਾ ਉਲੇਖ ਉਸ ਦੀ ਰਚਨਾ ਵਿੱਚ ਉਦਾਹਰਣਾਂ ਸਹਿਤ ਕੀਤਾ ਜਾ ਸਕਦਾ ਹੈ। ਉਹ ਆਪਣੀ ਰਚਨਾ ਵਿੱਚ ਆਪਣੇ ਹੰਢਾਏ ਹੋਏ ਜੀਵਨ, ਅਨੁਭਵ ਅਤੇ ਯਥਾਰਥ ਨੂੰ ਹੀ ਪ੍ਰਸਤੁਤ ਕਰਦਾ ਹੈ। ਕਿਰਤੀ, ਕਿਸਾਨ ਅਤੇ ਮਜ਼ਦੂਰ ਲੋਕਾਂ ਦੀ ਜੀਵਨ ਸਥਿਤੀ ਦਾ ਪ੍ਰਸਤੁਤੀਕਰਨ ਕਰਦਿਆਂ ਉਹ ਬਹੁਤ ਸਹਿਜ ਢੰਗ ਨਾਲ ਆਪਣੀ ਗੱਲ ਕਹਿ ਜਾਂਦਾ ਹੈ। ਉਹ ਆਪਣੀ ਵਿਚਾਰਧਾਰਾ, ਜੀਵਨ ਦ੍ਰਿਸ਼ਟੀਕੋਣ, ਸਿਧਾਂਤ ਨੂੰ ਪੇਸ਼ ਕਰਦਾ ਹੋਇਆ ਅਜਿਹੀ ਕਲਾ ਜੁਗਤ ਨੂੰ ਅਪਣਾਉਂਦਾ ਹੈ ਕਿ ਉਸ ਦੀ ਰਚਨਾ ਕਿਸੇ ਸਥਿਤੀ ਵਿੱਚ ਨਾਅਰਾ ਜਾਂ ਪ੍ਰਾਪੇਗੰਡਾ ਨਹੀਂ ਲੱਗਦੀ। ਵਿਚਾਰ ਦੀ ਕਲਾਤਮਕ ਪ੍ਰਸਤੁਤੀ ਉਸ ਦੀ ਰਚਨਾ ਦੀ ਸਾਹਿਤਕ ਵਿਸ਼ੇਸ਼ਤਾ ਹੈ। ਉਸ ਦੀਆਂ ਰਚਨਾਵਾਂ ਦੀ ਧੁਨੀ ਇੱਕ ਅਜਿਹੇ ਸਮਾਜ ਦਾ ਸੁਪਨਾ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਕਰਦੀ ਹੈ ਜਿਸ ਸਮਾਜ ਵਿੱਚ ਕਿਸੇ ਕਿਸਮ ਦੀ ਲੁੱਟ, ਅਨਿਆਂ, ਸ਼ੋਸ਼ਣ, ਜ਼ੁਲਮ, ਨਾ ਬਰਾਬਰੀ ਅਤੇ ਅਨਪੜ੍ਹਤਾ ਨਾ ਹੋਵੇ। ਉਹ ਆਪਣੀਆਂ ਰਚਨਾਵਾਂ ਵਿੱਚ ਉਹਨਾਂ ਸਮਾਜਿਕ ਮਾਨਵੀ ਕਦਰਾਂ ਕੀਮਤਾਂ ਨੂੰ ਪੇਸ਼ ਕਰਦਾ ਹੈ ਜਿਹੜੀਆਂ
ਕਲਿਆਣਕਾਰੀ ਮਾਨਵਵਾਦੀ ਸਮਾਜ ਉਸਾਰੀ ਲਈ ਸਮੁੱਚੀ ਮਨੁੱਖਤਾ ਮਾਨਵਤਾ ਦਾ ਹੁੰਗਾਰਾ ਰਿਸਪੌਂਸ ਕਹੀਆਂ ਜਾ ਸਕਦੀਆਂ ਹਨ। ਉਸ ਦੀ ਮਹਾਨਤਾ ਇਹ ਹੈ ਕਿ ਉਸ ਨੂੰ ਮਨੁੱਖਤਾ ਨਾਲ ਬੇਪਨਾਹ ਮੁਹੱਬਤ ਹੈ। ਉਹ ਸਮਾਜ ਨੂੰ, ਲੋਕਾਂ ਨੂੰ ਆਪਣਾ ਇਸ਼ਟ ਸਮਝਦਾ ਹੈ ਅਤੇ ਆਪਣੇ ਇਸ਼ਟ ਦੀ ਬਹੁਪੱਖੀ ਖੁਸ਼ਹਾਲੀ ਲਈ ਆਪਣੀ ਰਚਨਾ ਦਾ ਇਸਤੇਮਾਲ ਕਰਦਾ ਹੈ। ਉਹ ਨਰੋਏ ਮਾਨਵੀ ਸੱਭਿਆਚਾਰ ਦੀ ਉਸਾਰੀ ਲਈ ਸਾਮੂਹਿਕ ਮਨੁੱਖੀ ਯਤਨਾਂ ਉੱਪਰ ਪੂਰਾ ਭਰੋਸਾ ਰੱਖਦਾ ਹੈ ਅਤੇ ਮਾਨਵ ਜਾਤੀ ਦੀਆਂ ਅਥਾਹ ਸ਼ਕਤੀਆਂ ਅਤੇ ਸੰਭਾਵਨਾਵਾਂ ਨੂੰ ਤਸਲੀਮ ਕਰਦਾ ਹੈ, ਭਾਵ ਮੰਨਦਾ ਹੈ। ਉਸ ਦੀਆਂ ਅੱਖਾਂ ਸਾਹਮਣੇ ਜਦੋਂ ਵਰਤਮਾਨ ਸਮਾਜ ਦੀ ਤਸਵੀਰ ਆਉਂਦੀ ਹੈ ਤਾਂ ਉਹ ਇਸ ਸਮਾਜ ਦੀ ਥਾਵੇਂ ਇੱਕ ਅਜਿਹੇ ਸਮਾਜ ਦਾ ਸੁਪਨਾ ਸਾਡੇ ਸਾਹਮਣੇ ਰੱਖਦਾ ਹੈ ਜਿਸ ਵਿੱਚ ਜ਼ਿੰਦਗੀ ਸਹੀ ਅਰਥਾਂ ਵਿੱਚ ਜ਼ਿੰਦਗੀ ਕਹਾਉਣ ਦੀ ਹੱਕਦਾਰ ਹੋ ਸਕੇ। ਮਨੁੱਖਤਾ ਹਰ ਕਿਸਮ ਦੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਪ੍ਰਾਪਤ ਕਰ ਸਕੇ। ਉਹ ਪਾਠਕ ਦੇ ਮਨ ਵਿੱਚ ਹੌਸਲਾ ਭਰਦਾ ਹੈ ਅਤੇ ਸਮਾਜਿਕ ਤਬਦੀਲੀ ਲਈ ਉਸ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਦਾ ਹੋਇਆ ਉਸ ਨੂੰ ਦ੍ਰਿੜ ਨਿਸ਼ਚੇ ਵਾਲਾ ਵੀ ਬਣਾਉਂਦਾ ਹੈ। ਉਸ ਦੇ ਮਨ ਵਿੱਚ ਉਸਾਰੂ ਜਜ਼ਬਿਆਂ ਦਾ ਸੰਚਾਰ ਕਰਦਾ ਹੈ। ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ, ਨਵਾਂ ਦਿਨ ਨਵੀਂ ਰਾਤ ਹੋਵੇਗੀ ਪੈਦਾ। ਮੈਂ ਅੰਬਰ ਦਾ ਪੋਲਾ ਜਿਹਾ ਚੀਰ ਸੀਨਾ ਤੇ ਦੁਨੀਆ ਨੂੰ ਦੱਸਾਂਗਾ ਕੀ ਸ਼ੈ ਹੈ ਜੀਣਾ। ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ। ਬਾਵਾ ਬਲਵੰਤ ਦੀ ਕਾਵਿ ਚੇਤਨਾ ਮਨੁੱਖ ਦੀ ਦਿਨ ਬ ਦਿਨ ਨਿੱਘਰਦੀ ਜਾ ਰਹੀ ਸਮਾਜਿਕ, ਰਾਜਨੀਤਿਕ, ਆਰਥਿਕ, ਸਦਾਚਾਰਕ ਜੀਵਨ ਸਥਿਤੀ ਪ੍ਰਤੀ ਅਸੰਤੋਸ਼ ਅਤੇ ਆਕਰੋਸ਼ ਦੇ ਭਾਵਾਂ ਨੂੰ ਅਭਿਵਿਅਕਤੀ ਪ੍ਰਦਾਨ ਕਰਦੀ ਹੈ। ਸਮਾਜਿਕ ਕਲਿਆਣ ਅਤੇ ਲੋਕ ਭਲਾਈ ਦਾ ਜਜ਼ਬਾ ਉਸ ਦੀ ਕਵਿਤਾ ਦਾ ਅਟੁੱਟ ਅੰਗ ਹੈ। ਸਮੇਂ ਨੂੰ ਏਕਤਾ, ਸਮਾਨਤਾ ਦਾ ਗੂੜਾ ਰੰਗ ਦੇ, ਮਿਟਾ ਜਹਾਨ ਤੋਂ ਕਲੇਸ਼ ਇਸ ਫਰੇਬ ਜੰਗ ਦੇ। ਊਸ਼ਾ ਹੈ ਜਾਗਰਤ ਨਵੀਂ ਤੇ ਨਿਤ ਨਵੀਂ ਬਹਾਰ ਸੁਣ, ਦਿਲਾਂ ਦੀ ਵੀ ਨਵੀਂ ਪੁਕਾਰ ਸੁਣ। ਤੂੰ ਝੁੱਗੀਆਂ ਦਾ ਆ ਕੇ ਅੰਦਰੋਂ ਵੀ ਰੰਗ ਲਾਲ ਕਰ, ਤੂੰ ਹੱਡੀਆਂ ਦੀ ਗਾਰ ਦਾ ਕਦੀ ਤਾਂ ਕੁਝ ਖਿਆਲ ਕਰ। ਅਜੋਕੇ ਪੂੰਜੀਵਾਦੀ ਯੁੱਗ ਵਿੱਚ ਜਦੋਂ ਸਦਾਚਾਰਕ ਕੀਮਤਾਂ ਮਨੁੱਖ ਦੇ ਹੱਥੋਂ ਰੇਤ ਦੇ ਕਿਣਕਿਆਂ ਵਾਂਗ ਕਿਰ ਰਹੀਆਂ ਹਨ, ਉਸ ਸਮੇਂ ਬਾਵਾ ਬਲਵੰਤ ਦੀ ਕਵਿਤਾ ਸਮੁੱਚੀ ਮਾਨਵਤਾ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਸਾਡਾ ਰਾਹ ਰੁਸ਼ਨਾ ਰਹੀ ਹੈ। ਉਸ ਦੀ ਕਵਿਤਾ ਵਿਅਕਤੀਵਾਦੀ, ਸਵੈ ਕੇਂਦਰਿਤ ਕੀਮਤਾਂ, ਕੁੰਠਾਵਾਂ, ਅਸ਼ਲੀਲਤਾ ਆਦਿ ਕੀਮਤਾਂ ਦਾ ਜ਼ਬਰਦਸਤ ਵਿਰੋਧ ਕਰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਜਦੋਂ ਪਿਆਰ ਦੇ ਅਰਥ ਕੇਵਲ ਸਰੀਰਕ ਖਿੱਚ ਨੂੰ ਹੀ ਮੰਨਦੀ ਹੈ, ਉਸ ਸਮੇਂ ਬਾਵਾ ਬਲਵੰਤ ਦੀ ਕਵਿਤਾ ਸਾਡੀ ਪੀੜ੍ਹੀ ਨੂੰ ਇੱਕ ਪ੍ਰੇਰਕ ਸੋਮੇ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਪਿਆਰ ਪ੍ਰਤੀ ਉਸ ਦਾ ਨਜ਼ਰੀਆ ਵੇਖਣਯੋਗ ਹੈ। ਹਿਰਸ ਨਹੀਂ ਹੈ ਪਿਆਰ ਕੇ ਕਾਲਖ, ਕਾਲਖ ਵਿੱਚ ਸਮਾਏ। ਪਿਆਰ ਕਿਰਨ ਮੇਰੀ ਉਹ ਹੈ ਜੋ ਅੰਧਕਾਰ ਚਮਕਾਏ, ਜੋ ਅੰਧਕਾਰ ਚਮਕਾਏ। ਬਾਵਾ ਬਲਵੰਤ ਦਾ ਕਿਰਤੀਆਂ, ਕਿਸਾਨਾਂ ਅਤੇ ਮਜ਼ਦੂਰ ਵਰਗ ਵੱਲੋਂ ਸਮਾਜਿਕ ਪਰਿਵਰਤਨ ਲਿਆ ਸਕਣ ਦੀ ਸਮਰੱਥਾ ਵਿੱਚ ਅਥਾਹ ਵਿਸ਼ਵਾਸ ਹੈ। ਉਸ ਦਾ ਵਿਸ਼ਵਾਸ ਮਨੁੱਖਤਾ ਦੀ ਚੜ੍ਹਤ, ਜਿੱਤ ਅਤੇ ਖੁਸ਼ਹਾਲੀ ਸਿਖਰ ਦੀ ਹੱਤੀਕ ਹੈ। ਉਸ ਨੂੰ ਪੂਰਨ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਉਹ ਸਮਾਜ ਜ਼ਰੂਰ ਬਦਲ ਦਿੱਤਾ ਜਾਵੇਗਾ ਅਤੇ ਇਸ ਦੀ ਥਾਂ ਅਜਿਹੇ ਸਮਾਜ ਦੀ ਉਸਾਰੀ ਹੋਵੇਗੀ ਜਿਸ ਵਿੱਚ ਸ਼ੋਸ਼ਣ ਨਾਂ ਦੀ ਕੋਈ ਚੀਜ਼ ਨਹੀਂ ਹੋਵੇਗੀ। ਉਹ ਲਿਖਦਾ ਹੈ, ਤੰਗ ਆਏ ਫੁੱਲ ਸਤਾਈਆਂ ਹੋਈਆਂ ਲਗਰਾਂ, ਮਾਲੀ ਦੀਏ ਲਾ ਦੇਣਗੇ ਦਸਤਾਰ ਕਿਸੇ ਦਿਨ। ਤੰਗ ਆਏ ਹੋਏ ਫੁੱਲ ਸਤਾਈਆਂ ਹੋਈਆਂ ਲਗਰਾਂ, ਮਾਲੀ ਦੀਏ ਲਾ ਦੇਣਗੇ ਦਸਤਾਰ ਕਿਸੇ ਦਿਨ। ਉਸ ਦੀ ਰਚਨਾ ਵਿੱਚ ਲੋਕ ਮੁਹਾਵਰਾ ਬਣ ਜਾਣ ਦੀ ਸ਼ਕਤੀ ਹੈ। ਉਸ ਦੀਆਂ ਬਹੁਤ ਸਾਰੀਆਂ ਕਾਵਿ ਉਕਤੀਆਂ ਦਾ ਮੁਹਾਵਰਾ ਬਣ ਕੇ ਲੋਕਾਂ ਦੀ ਜ਼ੁਬਾਨ ਉੱਪਰ ਘਰ ਕਰ ਗਈਆਂ ਹਨ। ਇਹ ਉਸ ਦੀ ਕਵਿਤਾ ਦੀ ਕਲਾਤਮਕ ਸ਼ਕਤੀ ਦਾ ਪ੍ਰਮਾਣ ਹੈ। ਜ਼ਿੰਦਗਾਨੀ ਹੈ ਪਰਾਇਆ ਤਨ ਨਹੀਂ, ਜ਼ਿੰਦਗੀ ਨੂੰ ਮਾਨਣਾ ਔਗਣ ਨਹੀਂ। ਕਿਉਂ ਖਿਆਲਾਂ ਦੇ ਲਈ ਹਨ ਬੇੜੀਆਂ, ਜੇ ਹਵਾ ਨੂੰ ਵਕਤ ਨੂੰ ਬੰਧਨ ਨਹੀਂ। ਉਸ ਨੇ ਪ੍ਰਗਤੀਵਾਦ ਦੇ ਉਸ ਦੌਰ ਵਿੱਚ ਜਦੋਂ ਸਮਾਜਵਾਦੀ ਜੀਵਨ ਮੁੱਲਾਂ ਨੂੰ ਹੀ ਕਵੀ ਦੀ ਕਾਵਿਯੋਗਤਾ ਦੀ ਕਸਮੱਟੀ ਸਮਝਿਆ ਜਾਂਦਾ ਸੀ, ਉਸ ਸਮੇਂ ਬਾਵਾ ਨੇ ਆਪਣੀ ਦ੍ਰਿਸ਼ਟੀ ਅਤੇ ਅਭਿਵਿਅਕਤੀ ਨੂੰ ਸੀਮਿਤ ਨਹੀਂ ਕੀਤਾ, ਬਲਕਿ ਉਸਨੇ ਪਿਆਰ ਅਤੇ ਜੀਵਨ ਦੇ ਹੋਰਨਾਂ ਖੇਤਰਾਂ ਬਾਰੇ ਵੀ ਆਪਣੇ ਭਾਵਾਂ ਨੂੰ ਪੂਰਨ ਇਮਾਨਦਾਰੀ ਅਤੇ ਇਕਾਗਰਤਾ ਨਾਲ ਪੇਸ਼ ਕੀਤਾ। ਉਸ ਦਾ ਅਨੁਭਵ ਸਮਕਾਲੀ ਪ੍ਰਸਥਿਤੀਆਂ ਤੋਂ ਅਗਾਂਹ ਮਾਨਵੀ ਇਤਿਹਾਸ ਅਤੇ ਮਿਥਿਹਾਸ ਤੱਕ ਫੈਲਿਆ ਹੋਇਆ ਸੀ। ਉਸ ਦਾ ਬਿੰਬ ਇੱਕ ਇਮਾਨਦਾਰ, ਸੁਹਿਰਦ, ਸੰਘਰਸ਼ੀਲ ਚੇਤਨ ਅਤੇ ਕੋਮਲ ਭਾਵੀ ਕਵੀ ਵਾਲਾ ਹੈ। ਉਸ ਦਾ ਜੀਵਨ ਸੰਘਰਸ਼ ਦਾ ਹੀ ਪਰਿਆਏ ਸੀ। ਉਸ ਦਾ ਅੰਤ ਵੀ ਕੋਈ ਸੁੱਖ ਦਾ ਅੰਤ ਨਹੀਂ ਸੀ, ਸਗੋਂ ਦੁਖਾਂਤਕ ਅੰਤ ਸੀ। ਉਹ ਅੰਤਾਂ ਦੀ ਗਰਮੀ ਦੇ ਦਿਨਾਂ ਵਿੱਚ ਦਿੱਲੀ ਦੀਆਂ ਸੜਕਾਂ ਉੱਤੇ ਜ਼ਿੰਦਗੀ ਜਿਉਣ ਦੇ ਆਹਰ ਲਈ ਸੰਘਰਸ਼ ਕਰਦਾ ਕਰਦਾ ਦਮ ਤੋੜ ਗਿਆ, ਪਰੰਤੂ ਉਹ ਆਪਣੀਆਂ ਕਵਿਤਾਵਾਂ ਵਿੱਚ ਇੰਨਾ ਦਮ ਭਰ ਗਿਆ ਕਿ ਉਹ ਪੰਜਾਬੀ ਸਾਹਿਤ ਜਗਤ ਵਿੱਚ ਹਮੇਸ਼ਾ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਮਾਨਵਤਾ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਉਹ ਪੰਜਾਬੀ ਦਾ ਵਡੇਰੇ ਅਰਥਾਂ ਅਤੇ ਆਦਰਸ਼ਾਂ ਵਾਲਾ ਕਵੀ ਸੀ। ਉਸਨੇ ਆਪਣੀ ਕਵਿਤਾ ਦੇ ਉੱਚੇ ਮੁੱਲਾਂ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਉਸ ਦੀ ਕਵਿਤਾ ਬਾਰੇ ਬੜੀ ਸਾਰਥਕ ਟਿੱਪਣੀ ਇਸ ਰੂਪ ਵਿੱਚ ਪੇਸ਼ ਕਰਦੇ ਹਨ। ਪ੍ਰਗਤੀਵਾਦੀ ਯੁੱਗ ਵਿੱਚ ਇਸ ਕਵੀ ਦੀਆਂ ਕਵਿਤਾਵਾਂ ਵਿੱਚ ਭਾਈਚਾਰਕ ਸਾਂਝ, ਅੰਤਰਰਾਸ਼ਟਰੀ ਸਹਿਹੋਂਦ, ਆਰਥਿਕ ਬਰਾਬਰੀ ਅਤੇ ਬ੍ਰਹਿਮੰਡੀ ਅਮਨ ਲਈ ਪੁਕਾਰ ਦੀ ਧੁਨੀ ਵੀ ਗੂੰਜਦੀ ਹੈ। ਕਵੀ ਦਾ ਦਾਅਵਾ ਹੈ ਕਿ ਜੰਗਾਂ, ਯੁੱਧਾਂ, ਕਤਲਾਂ, ਜ਼ੁਲਮਾਂ ਅਤੇ ਹਿੰਸਾ ਨਾਲ ਮਨੁੱਖਤਾ ਦੀ ਭਲਾਈ ਨਹੀਂ ਹੋ ਸਕਦੀ। ਮੌਤਾਂ ਦੇ ਸਹਿਮ ਵਿੱਚੋਂ ਅਮਨ ਦੀ ਹਰੀ ਬੇਲ ਨਹੀਂ ਉਗਮ ਸਕਦੀ।
ਇਸ ਲਈ ਕਵੀ ਥਾਂ ਥਾਂ ਤੇ ਦਲੀਲਾਂ ਨਾਲ, ਮਿਸਾਲਾਂ ਨਾਲ ਤੇ ਅਪੀਲਾਂ ਨਾਲ ਅਮਨ ਦੀ ਮੰਗ ਨੂੰ ਮੁੜ ਮੁੜ ਦੁਹਰਾਉਂਦਾ ਹੈ। ਅਨੋਖਾ ਖੁਦਾ ਵਿੱਚ ਕਵੀ ਆਖਦਾ ਹੈ ਕਿ ਜਦੋਂ ਤੱਕ ਦੁਨੀਆ ਉੱਤੇ ਤਲਵਾਰ ਦਾ ਰਾਜ ਹੈ, ਉਦੋਂ ਤੱਕ ਇਨਸਾਨੀਅਤ ਉੱਤੇ ਮੁਸੀਬਤਾਂ ਹੀ ਮੁਸੀਬਤਾਂ ਰਹਿਣਗੀਆਂ। ਸਭ ਦੇਵਤੇ ਫਰੇਬ ਨੇ, ਇੱਕੋ ਅਮਨ ਤੋਂ ਬਿਨਾਂ ਤਲਵਾਰ ਦਾ ਹੀ ਰਾਜ ਹੈ। ਜਦ ਤੱਕ ਜਹਾਨ ਤੇ ਹਰਦਮ ਮੁਸੀਬਤਾਂ ਹੀ ਨੇ ਖਲਕਤ ਦੀ ਜਾਨ ਤੇ, ਜਦ ਤੱਕ ਇਹ ਜੰਗ ਜ਼ਖਮੀ ਰਹੇਗੀ ਮਨੁੱਖਤਾ, ਹੋਵੇਗਾ ਮਨ ਮਨੁੱਖ ਦਾ ਬਿਮਾਰੀਆਂ ਦਾ ਘਰ। ਉਸ ਦੀਆਂ ਨਜ਼ਮਾਂ ਵਿੱਚ ਮਨੁੱਖਤਾ ਲਈ ਅਥਾਹ ਅਤੇ ਅਪਾਰ ਸ਼ਕਤੀ ਦਾ ਪ੍ਰਗਟਾਵਾ ਹੋਇਆ ਮਿਲਦਾ ਹੈ। ਅਜੋਕੇ ਦੌਰ ਵਿੱਚ ਅਜਿਹੀ ਸ਼ਕਤੀ ਦਾ ਹੀ ਬਹੁਤ ਜ਼ਰੂਰਤ ਹੈ। ਅਜੋਕਾ ਮਨੁੱਖ ਦਿਸ਼ਾਹੀਣਤਾ ਦਾ ਸ਼ਿਕਾਰ ਹੋ ਚੁੱਕਿਆ ਹੈ। ਉਸ ਦੀ ਸ਼ਕਤੀ ਦਿਨੋਂ ਦਿਨ ਨਿਸ਼ਕ੍ਰਿਯਤਾ ਦਾ ਸ਼ਿਕਾਰ ਹੋ ਰਹੀ ਹੈ। ਉਸ ਵਿੱਚ ਓਜਸਵੀ ਤੇ ਤੇਜਸਵੀ ਭਾਵਾਂ ਅਤੇ ਗੁਣਾਂ ਦੀ ਘਾਟ ਰੜਕਦੀ ਹੈ। ਸਮਾਜ ਦੇ ਹੋਰਨਾਂ ਵਰਗਾਂ ਵਿੱਚ ਵੀ ਇਹ ਰੁਝਾਨ ਵੇਖਿਆ ਜਾ ਸਕਦਾ ਹੈ। ਮੈਂ ਬਾਗੀ, ਮੈਂ ਬਾਗੀ, ਮੈਂ ਆਕੀ, ਮੈਂ ਆਕੀ, ਮੈਂ ਇੱਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ, ਮੈਂ ਦੁਨੀਆ ਦੀ ਹਰ ਇੱਕ ਬਗਾਵਤ ਦਾ ਬਾਨੀ, ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ, ਮੈਂ ਪਾਰੇ ਦਾ ਦਿਲ ਹਾਂ, ਮੈਂ ਛੱਲਾਂ ਦਾ ਹਿਰਦਾ, ਪਹਾੜਾਂ ਦਾ ਦਿਲ ਮੇਰੇ ਨਾਰੇ ਤੋਂ ਘਿਰਦਾ, ਮੇਰੇ ਸਾਹਮਣੇ ਕੀ ਹੈ ਜ਼ਾਲਮ ਦਾ ਟੋਲਾ, ਮੈਂ ਪ੍ਰਚੰਡ ਅਗਨੀ, ਮੈਂ ਬੇਰੋਕ ਸ਼ੋਹਲਾ, ਇਹ ਧੁੰਦਲੇ, ਇਹ ਮਿਟਦੇ ਪੁਰਾਣੇ ਨਜ਼ਾਰੇ, ਇਹ ਫਿੱਕਾ ਜਿਹਾ ਚੰਨ ਬੇਚਮਕ ਤਾਰੇ, ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ, ਨਵਾਂ ਦਿਨ ਨਵੀਂ ਰਾਤ ਹੋਵੇਗੀ ਪੈਦਾ, ਮੈਂ ਅੰਬਰ ਦਾ ਪੋਲਾ ਜਿਹਾ ਚੀਰ ਸੀਨਾ, ਤੇ ਦੁਨੀਆ ਨੂੰ ਦੱਸਾਂਗਾ ਕੀ ਸ਼ੈ ਹੈ ਜੀਣਾ, ਮੈਂ ਬਦਲੀ ਦਾ ਅਵਤਾਰ, ਬਦਲੀ ਦਾ ਰਾਗੀ, ਮੈਂ ਆਕੀ, ਮੈਂ ਆਕੀ, ਮੈਂ ਬਾਗੀ, ਮੈਂ ਬਾਗੀ। ਇਸ ਤਰ੍ਹਾਂ ਉਹ ਪਾਠਕ ਦੇ ਮਨ ਵਿੱਚ ਸੰਘਰਸ਼ ਦੇ ਭਾਵਾਂ ਦੀ ਪ੍ਰਚੰਡ ਜਵਾਲਾ ਜਗਾਉਣ ਦੇ ਆਹਰ ਵਿੱਚ ਲੱਗਿਆ ਨਜ਼ਰ ਆਉਂਦਾ ਹੈ। ਮੈਂ ਇੱਕ ਇਨਕਲਾਬੀ ਖੁਦਾ ਹਾਂ, ਖੁਦਾ ਹਾਂ, ਮੈਂ ਹਰ ਗਦਰ ਦੇ ਭੁੜਕਵੇਂ ਦਿਲ ਦਾ ਚਾਹ ਹਾਂ, ਮੈਂ ਨੱਚਦਾ ਹਾਂ ਪਰ ਆਪਣੇ ਤਾਲਾਂ ਤੇ ਹਰਦਮ, ਮੈਂ ਨਿਰਭੈ, ਮੈਂ ਬੇਖੌਫ, ਨਿਸ਼ਚਿੰਤ, ਬੇਗਮ, ਮੇਰਾ ਕੰਮ ਕਰ ਦਿਲਾਂ ਨੂੰ ਆਜ਼ਾਦ ਕਰਨਾ ਤੇ ਹਰ ਆਸ ਦਾ ਬਾਗ ਆਬਾਦ ਕਰਨਾ, ਮੇਰਾ ਇੱਕ ਇਸ਼ਾਰਾ ਜ਼ਮੀਨਾਂ ਉਥੱਲੇ, ਮੇਰੀ ਨਜ਼ਰ ਅੰਬਰ ਦੇ ਬਰਕੇ ਪਥੱਲੇ। ਉਹ ਦੇਸ਼ ਭਗਤੀ ਦੇ ਸੰਕਲਪ ਨੂੰ ਨਵੇਂ ਸਿਰਿਓਂ ਘੜਨਾ ਚਾਹੁੰਦਾ ਹੈ। ਉਹ ਉਸ ਨੂੰ ਦੇਸ਼ ਭਗਤੀ ਨਹੀਂ ਮੰਨਦਾ ਜਿਸ ਵਿੱਚ ਹੋਰਨਾਂ ਇਨਸਾਨਾਂ ਦੀ ਤਬਾਹੀ ਦੀ ਭਾਵਨਾ ਛੁਪੀ ਹੋਈ ਹੋਵੇ। ਕਾਸ਼ ਉਲਟੇ ਕੋਈ ਇਸ ਵਤਨ ਪ੍ਰਸਤੀ ਦਾ ਨਕਾਬ ਖੂਨ ਕਿਰਤ ਦਾ ਰਿਹਾ ਸਾਹਾਂ ਦੀ ਮਸਤੀ ਦੇ ਲਈ, ਕੌਮ ਮਰਵਾਈ ਗਈ ਐਸ਼ ਪ੍ਰਸਤੀ ਦੇ ਲਈ, ਸਦਾ ਹੋਈ ਇਹ ਮਨੁੱਖਤਾ ਦੀ ਤਬਾਹੀ ਇਸ ਤੋਂ, ਸਦਾ ਦੁਨੀਆ ਦਾ ਰਹੂ ਜੰਗ ਲੜਾਈ ਇਸ ਤੋਂ, ਅੱਜ ਤਹਿਜੀਬ ਦਾ ਯੁੱਗ ਇਸ ਦੀਆਂ ਚਾਲਾਂ ਦਾ ਸ਼ਿਕਾਰ, ਦੇਸ਼ ਭਗਤੀ ਕੀ ਜੋ ਹੋਰਾਂ ਦੀ ਤਬਾਹੀ ਹੋਵੇ। ਉਹ ਉੱਚ ਇਨਸਾਨੀ ਕੀਮਤਾਂ ਦੀ ਸਥਾਪਨਾ ਦੀ ਕਾਮਨਾ ਕਰਦਾ ਹੈ, ਚਾਹੇ ਉਹ ਕੀਮਤਾਂ ਸਮਾਜਿਕ ਹੋਣ, ਚਾਹੇ ਰਾਜਨੀਤਿਕ ਅਤੇ ਚਾਹੇ ਸਦਾਚਾਰਕ। ਇਹਨਾਂ ਕੀਮਤਾਂ ਦੀ ਮਹੱਤਤਾ ਅੱਜ ਦੇ ਦੌਰ ਵਿੱਚ ਹੋਰ ਵੀ ਵੱਧ ਗਈ ਹੈ। ਦੇਸ਼ ਦੀ ਸੇਵਾ ਸਿਰਫ ਪੌੜੀ ਸੀ, ਮੰਜ਼ਿਲ ਤਾਂ ਨਹੀਂ। ਇਹ ਮਨੁੱਖਤਾ ਦੀ ਕੋਈ ਆਖਰੀ ਮਹਿਫਲ ਤਾਂ ਨਹੀਂ। ਆਪਣੇ ਕੁਨਬੇ ਲਈ ਦੁਨੀਆ ਤੇ ਹੈ ਕਬਜ਼ਾ ਲਾਹਨਤ, ਆਪਣੀ ਬੇੜੀ ਲਈ ਸਾਗਰ ਤੇ ਹੈ ਘੇਰਾ ਤੋਬਾ। ਦੇਸ਼ ਭਗਤੀ 'ਚ ਜ਼ਰੂਰਤ ਹੈ ਪਰਿਵਰਤਨ ਦੀ, ਇਹ ਸਦਾ ਖੁਸ਼ਕ ਰਹੀ ਖੂਨ ਦੇ ਦਰਿਆ ਪੀ ਕੇ। ਦੇਸ਼ ਭਗਤੀ ਦਾ ਹੀ ਦੁਨੀਆ 'ਚ ਨਸ਼ਾ ਹੈ, ਜਦ ਤੱਕ ਖੂਬ ਹੋਵੇਗੀ ਗਰੀਬ ਦੀ ਤਬਾਹੀ ਤਦ ਤੱਕ। ਉਸ ਨੂੰ ਅਸੀਂ ਜਜ਼ਬਿਆਂ ਦਾ ਕਵੀ ਕਹਿ ਸਕਦੇ ਹਾਂ। ਉਹ ਜ਼ਿੰਦਗੀ ਦੇ ਕਣ-ਕਣ ਵਿੱਚ ਜਜ਼ਬਾਤੀ ਨਜ਼ਰ ਨਾਲ ਵੇਖਦਾ ਹੈ। ਮਨੁੱਖੀ ਮਨ ਦੇ ਹਰ ਭਾਵ ਵਿੱਚ ਉਸਾਰੂ ਤੇ ਉਦਮੀ ਜਜ਼ਬਿਆਂ ਨੂੰ ਭਰ ਦੇਣ ਦੀ ਸਲਾਹੀਅਤ ਰੱਖਦਾ ਹੈ। ਉਹ ਨੌਜਵਾਨਾਂ ਨੂੰ ਦੁਨੀਆ ਦੀ ਸਕਾਰਾਤਮਕ ਪੋਜ਼ਿਟਿਵ ਤਬਦੀਲੀ ਲਈ ਸੰਦੇਸ਼ ਦਿੰਦਾ ਹੈ ਅਤੇ ਉਹਨਾਂ ਅੰਦਰ ਸ਼ਕਤੀਸ਼ਾਲੀ ਜਜ਼ਬੇ ਭਰਨ ਦਾ ਸੁਚੇਤ ਉਪਰਾਲਾ ਕਰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਸ ਕੋਲ ਵਿਵੇਕਸ਼ੀਲ ਜਾਂ ਤਰਕਸ਼ੀਲ ਦ੍ਰਿਸ਼ਟੀ ਨਹੀਂ। ਉਹ ਜਜ਼ਬਿਆਂ ਨੂੰ ਤਰਕ ਆਧਾਰਿਤ ਪੁੱਠ ਚਾੜਦਾ ਹੈ। ਉਸ ਦੁਆਰਾ ਪ੍ਰਗਟਾਏ ਜਜ਼ਬੇ ਤਰਕ ਆਧਾਰਿਤ ਸੋਚ ਤੋਂ ਸਖਣੇ ਨਹੀਂ ਹੁੰਦੇ। ਲਤਾੜ ਅੰਬਰਾਂ ਨੂੰ ਬਹਾਦਰ ਜਵਾਨਾ, ਬਦਲ ਸਿਲਸਿਲਾ ਇਹ ਨਵਾਂ ਤੇ ਪੁਰਾਣਾ। ਲਤਾੜ ਅੰਬਰਾਂ ਨੂੰ ਬਹਾਦਰ ਜਵਾਨਾ, ਬਦਲ ਸਿਲਸਿਲਾ ਇਹ ਨਵਾਂ ਤੇ ਪੁਰਾਣਾ। ਬਦਲਦੇ ਜ਼ਮੀਨਾਂ ਉਲਟ ਦੀਪ ਅੰਬਰ, ਤੇਰੇ ਸਾਹਮਣੇ ਕੀ ਸੁਨਹਿਰੀ ਅਡੰਬਰ। ਤਰਸਦੇ ਨੇ ਪੈਰਾਂ ਨੂੰ ਤੇਰੇ ਸਿਤਾਰੇ, ਮਹਾਂ ਸੁਨਤਾਈ 'ਚ ਗੁੰਮਸੁੰਮ ਨਜ਼ਾਰੇ। ਪਹਾੜਾਂ ਤੋਂ ਖਾ ਹਵਾਲੇ ਗੁਜ਼ਰ ਜਾ, ਨਜ਼ਰ ਨਾਲ ਹੁਸਨਾਂ ਦੇ ਸਾਗਰ ਨੂੰ ਪੀ ਜਾ। ਜਵਾਨੀ ਦੇ ਪਾਂਦੀ ਕੋਈ ਦਿਨ ਤਾਂ ਜੀ ਜਾ, ਬਸੰਤਾਂ ਦੇ ਤਾਜਾਂ ਦੀ ਮਿੱਟੀ ਉਡਾ ਦੇ। ਜਗਾ ਦੇ ਹਿਮਾਲਾ ਦੀ ਸਰਦੀ ਜਗਾ ਦੇ ਤਹਿ ਤੇਗ ਕਰਦੇ ਇਹ ਸਰਮਾਇਆਦਾਰੀ। ਕਿਸਾਨਾਂ ਦੀਆਂ ਝੁੱਗੀਆਂ ਵਕਤ ਕਰਦੇ, ਤੂੰ ਅਰਸ਼ਾਂ ਦੀ ਬਿਜਲੀ ਹਥੌੜੇ 'ਚ ਭਰ ਦੇ। ਉਹ ਪਿਆਰ ਦੇ ਭਾਵਾਂ ਨੂੰ ਪੂਰਨ ਰੂਪ ਵਿੱਚ ਪ੍ਰਗਟਾਉਂਦਾ ਹੈ। ਉਹ ਪਿਆਰ ਦੇ ਜਜ਼ਬੇ ਦੀ ਪਵਿੱਤਰਤਾ ਨੂੰ ਜੀਵਨ ਉੱਚਤਾ ਦਾ ਦਰਜਾ ਦਿੰਦਾ ਹੈ। ਉਸ ਅਨੁਸਾਰ ਪਿਆਰ ਜੀਵਨ ਦਾ ਕਾਇਆ ਕਲਪ ਕਰਨ ਵਾਲਾ ਹੋਣਾ ਚਾਹੀਦਾ ਹੈ। ਪਿਆਰ ਮਨੁੱਖ ਦੇ ਅੰਦਰ ਰੌਸ਼ਨੀ ਜਗਾਉਣ ਵਾਲੀ ਚਿੰਗ ਹੋਣੀ ਚਾਹੀਦੀ ਹੈ।
उस अनुसार कोई प्यार कोई चोरी डाका नहीं, सगों जिंदगी की सहज प्राप्ति ਅਤੇ खजाना है। प्यार उसकी कविता ਵਿੱਚ विशाल कायनाती अर्थां ਦੇ ਤਸੱਵੁਰ ਵਿੱਚ ਪ੍ਰਯੁਕਤ ਹੋਇਆ ਮਹਿਸੂਸ ਹੁੰਦਾ ਹੈ। ਇੱਥੇ ਪਿਆਰ ਸੀਮਤ ਦਾਇਰੇ ਅਤੇ ਭਾਵਾਂ ਤੋਂ ਉੱਚਾ ਉੱਠ ਕੇ ਬ੍ਰਹਿਮੰਡੀ ਵਿਸ਼ਾਲਤਾ ਦਾ ਸੂਚਕ ਨਜ਼ਰ ਆਉਂਦਾ ਹੈ। ਤੂੰ ਜਾਲੀਆਂ ਚੋਂ ਨਿਕਲ ਕੇ ਬੁੱਲਾਂ ਤੇ ਬੁੱਲ ਧਰ ਕੇ ਕਮਾਲ ਕਰ ਦੇ, ਤੂੰ ਮਿਲ ਕੇ ਸੀਨੇ ਦੇ ਨਾਲ ਮਿੱਟੀ 'ਚ ਮੇਰੀ ਜੋਬਨ ਦਾ ਨੂਰ ਭਰ ਦੇ। ਅਦਾ ਭਵਨ ਤੇਰਾ ਜਿਸਮ ਮੇਰਾ ਬਣੇ ਤਾਂ ਮੇਰਾ ਨਸੀਬ ਜਾਗੇ, ਮੇਰੀ ਤਮੰਨਾ ਹੈ ਤੇਰੇ ਸਾਇਆਂ 'ਚ रूह मेरे जिस्म नूं त्यागे। तेरा भी जीवन सफल करेगा महान नूरी प्यार मेरा है जिस च आ जावे विश्व तेरा अपार तेरा। बड़ा मज़ा है तू नाच होवे मैं राग कुदरत सतार होवे। बड़ा मज़ा है तू नाच होवे मैं राग कुदरत सतार होवे। बड़ा मज़ा है कभी जे तेरा प्यार केवल प्यार होवे। ਉਹ ਕਵਿਤਾ ਦੇ ਉੱਚੇ ਉਦੇਸ਼ਾਂ ਅਤੇ ਆਦਰਸ਼ਾਂ ਨੂੰ ਸਪਸ਼ਟਤਾ ਸਹਿਤ ਬਿਆਨ ਕਰਦਾ ਹੈ। ਇਹਨਾਂ ਉਦੇਸ਼ਾਂ ਵਿੱਚ ਕਲਾ ਅਤੇ ਉਦੇਸ਼ ਘੁਲੇ ਮਿਲੇ ਅਤੇ ਰਲੇ ਮਿਲੇ ਜਾਪਦੇ ਹਨ। ਸ਼ਾਇਰ ਨਹੀਂ ਜੋ ਜੀਵੇ ਦਿਲ ਨੂੰ ਦਿਮਾਗ ਕਰਕੇ, ਸ਼ਾਇਰ ਨਹੀਂ ਜੋ ਜੀਵੇ ਦਿਲ ਨੂੰ ਦਿਮਾਗ ਕਰਕੇ, ਸ਼ਾਇਰ ਨਹੀਂ ਜੋ ਖੋਲੇ ਮੂੰਹ ਨੂੰ ਬੇਰਾਗ ਕਰਕੇ, ਲਾਏ ਕਵੀ ਨਾ ਡੇਰੇ ਸੋਨੇ ਦੀ ਟਹਿਣੀਆਂ ਤੇ, ਰੀਝੇ ਕਦੀ ਨਾ ਕੋਇਲ ਚਾਂਦੀ ਦੀ ਤੀਲੀਆਂ ਤੇ। ਕਵਿਤਾ ਲਿਤਾੜ ਲੰਘੇ ਲਾਲਾਂ ਦੇ ਗੀਤਿਆਂ ਨੂੰ ਠੋਕਰ ਤੇ ਰੱਖਦੀ ਹੈ ਧਰਤੀ ਦੇ ਹੀਰਿਆਂ ਨੂੰ। ਕਵਿਤਾ ਨਹੀਂ ਜੋ ਹਰਦਮ ਪਲਦੀ ਹੈ ਤਰਲਿਆਂ ਤੇ, ਕਵਿਤਾ ਨਹੀਂ ਜੋ ਹਰਦਮ ਪਲਦੀ ਹੈ ਤਰਲਿਆਂ ਤੇ। ਜੀਵੋ ਜੋ ਦੋਸ਼ ਦੇ ਦੇ ਬਸ ਉਰਲੇ ਪਰਲਿਆਂ ਤੇ। ਕਵਿਤਾ ਕੀ ਜੋ ਖੜੀ ਹੈ ਹੱਥ ਧਰ ਸਿਫਾਰਸ਼ਾਂ ਤੇ। ਸ਼ਾਇਰ ਨਹੀਂ ਜੋ ਜੀਵੇ ਦਿਲ ਨੂੰ ਦਿਮਾਗ ਕਰਕੇ, ਸ਼ਾਇਰ ਨਹੀਂ ਜੋ ਖੋਲੇ ਮੂੰਹ ਨੂੰ ਬੇਰਾਗ ਕਰਕੇ। ਉਹ ਪੂਰੇ ਵਿਸ਼ਵ ਅਤੇ ਬ੍ਰਹਿਮੰਡ ਨੂੰ ਆਪਣੇ ਘੇਰੇ ਵਿੱਚ ਲੈਣਾ ਚਾਹੁੰਦਾ ਹੈ। ਸਾਰਾ ਬ੍ਰਹਿਮੰਡ ਮੇਰਾ ਹੈ, ਅੰਬਰ ਵੀ ਇੱਕ ਖੇਸ ਹੈ ਮੇਰਾ। ਖੇਸ ਪਹਿਲੇ ਵਾਰੀ ਉਹਨਾਂ ਨੇ ਆਪਣੇ ਇਸ ਰੂਪ ਦੇ ਵਿੱਚ ਵਰਤਿਆ ਹੈ ਆਪਣੀ ਕਵਿਤਾ ਵਿੱਚ। ਉਹ ਆਪਣੀ ਕਵਿਤਾ ਦੀ ਲੈਅ ਨਾਲ ਦੁਨੀਆ ਦੇ ਸਹੰਸਰਾਂ ਦੀਵਿਆਂ ਨੂੰ ਰੋਸ਼ਨ ਕਰਨਾ ਚਾਹੁੰਦਾ ਹੈ। ਉਹ ਉਪਦੇਸ਼ਕ ਸ਼ਾਇਰੀ ਦਾ ਮੁਤਲਾਸ਼ੀ ਚਾਹਵਾਨ ਨਜ਼ਰ ਆਉਂਦਾ ਹੈ। ਅਨੇਕਾਂ ਦੀਵਿਆਂ ਵਿੱਚ ਨੂਰ ਪਾਏਗਾ ਮੇਰਾ ਦੀਵਾ, ਅਨੇਕਾਂ ਦੀਵਿਆਂ ਵਿੱਚ ਨੂਰ ਪਾਏਗਾ ਮੇਰਾ ਦੀਵਾ। ਨਵਾਂ ਦਿਨ ਲੈ ਕੇ ਨਿਕਲੇਗਾ ਮੇਰਾ ਸੂਰਜ ਮੇਰਾ ਸੂਰਜ, ਨਵਾਂ ਦਿਨ ਲੈ ਕੇ ਨਿਕਲੇਗਾ ਮੇਰਾ ਸੂਰਜ ਮੇਰਾ ਸੂਰਜ। ਬਾਵਾ ਬਲਵੰਤ ਦੀ ਕਵਿਤਾ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਜਲਾਓ ਅੰਗ ਸੰਗ ਰਹਿੰਦਾ ਹੈ। ਇਹ ਪ੍ਰਕਾਸ਼ ਉਸ ਦੀ ਸੋਚ, ਜੀਵਨ ਦ੍ਰਿਸ਼ਟੀਕੋਣ, ਸ਼ਬਦ ਚੋਣ ਅਤੇ ਭਾਵਾਂ ਦੀ ਅਣਭੋਲਤਾ ਵਿੱਚੋਂ ਪ੍ਰਕਾਸ਼ਿਤ ਹੁੰਦਾ ਜਾਂਦਾ ਹੈ। ਇਸ ਪ੍ਰਕਾਸ਼ ਦੀ ਸਹਿਜ ਅਨੁਭੂਤੀ ਪਾਠਕ ਆਪਣੇ ਮਨ ਵਿੱਚ ਮਹਿਸੂਸ ਕਰਦਾ ਹੈ। ਉਂਝ ਤਾਂ ਹਰੇਕ ਕਵੀ ਦੀ ਕਵਿਤਾ ਕਿਸੇ ਨਾ ਕਿਸੇ ਪ੍ਰਕਾਸ਼ ਪੁੰਜ ਦਾ ਪ੍ਰਭਾਵ ਸਿਰਜਦੀ ਹੈ, ਜਿਸ ਕਵੀ ਦੀ ਕਵਿਤਾ ਦਾ ਪਾਠਕ ਪ੍ਰਸ਼ੰਸਕ ਬਣਦਾ ਹੈ। ਇਸ ਦ੍ਰਿਸ਼ਟੀ ਤੋਂ ਬਾਵਾ ਬਲਵੰਤ ਚਿਰਜੀਵੀ ਭਾਵਾਂ ਅਤੇ ਭਾਵਨਾਵਾਂ ਦੇ ਚਿਤੇਰੇ ਕਵੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚੋਂ ਉਸ ਦੇ ਮਨ ਦੀ ਮਾਸੂਮੀਅਤ ਦਾ ਅਹਿਸਾਸ ਸਹਿਜੇ ਹੀ ਕੀਤਾ ਜਾ ਸਕਦਾ ਹੈ। ਬਾਵਾ ਬਲਵੰਤ ਦੀ ਕਵਿਤਾ ਵਿੱਚ ਇੱਕ ਖਾਸ ਕਿਸਮ ਦਾ ਆਕਰਸ਼ਣ ਅਤੇ ਖਿੱਚ ਹੈ। ਇਹ ਆਕਰਸ਼ਣ ਅਤੇ ਖਿੱਚ ਉਸ ਦੀ ਕਲਾਤਮਕ ਅਭਿਵਿਅਕਤੀ ਵਿੱਚੋਂ ਉਪਜਦੀ ਹੈ। ਉਸ ਦੀ ਰਚਨਾ ਵਿੱਚ ਸਮਾਜਿਕ ਯਥਾਰਥ, ਕਲਪਨਾ, ਬਿੰਬਾਵਲੀ, ਅਲੰਕਾਰਾਂ ਅਤੇ ਭਾਵਾਂ ਦਾ ਔਚਿਤਯ ਇੱਕ ਵਿਸ਼ੇਸ਼ ਕਿਸਮ ਦੇ ਕਾਵਿ ਸੌਂਦਰਯ ਨੂੰ ਉਤਪੰਨ ਕਰਦਾ ਹੈ। ਅੱਗੋਂ ਇਹ ਕਾਵਿ ਸੌਂਦਰਯ ਸੁਹਿਰਦ ਪਾਠਕ ਦੀ ਸੁਹਜਾਤਮਕ ਤ੍ਰਿਪਤੀ ਦਾ ਆਧਾਰ ਬਣਦਾ ਹੈ। ਬਾਵਾ ਬਲਵੰਤ ਦੀ ਦ੍ਰਿਸ਼ਟੀ ਕਿਸੇ ਸੀਮਿਤ ਵਿਚਾਰ, ਭਾਵ, ਸਥਿਤੀ ਜਾਂ ਸਮੱਸਿਆ ਤੱਕ ਮਹਿਦੂਦ ਨਹੀਂ ਰਹਿੰਦੀ, ਸਗੋਂ ਜ਼ਿੰਦਗੀ ਦੇ ਵਿਭਿੰਨ ਪੱਖਾਂ ਅਤੇ ਪਹਿਲੂਆਂ ਨੂੰ ਸਹਿਜੇ ਹੀ ਬਿਆਨ ਕਰ ਜਾਂਦਾ ਹੈ। ਜਿੱਥੇ ਉਹ ਆਪਣੀ ਕਵਿਤਾ ਵਿੱਚ ਸਮਾਜਵਾਦੀ, ਪ੍ਰਗਤੀਵਾਦੀ ਵਿਚਾਰਾਂ, ਭਾਵਾਂ ਨੂੰ ਅਭਿਵਿਅਕਤ ਕਰਦਾ ਹੈ, ਉੱਥੇ ਨਾਲ ਹੀ ਉਸਨੇ ਪ੍ਰੇਮ ਵਰਗੇ ਅਤੀ ਕੋਮਲ ਜਜ਼ਬੇ ਦੀ ਪੇਸ਼ਕਾਰੀ ਵੀ ਉਸੇ ਸ਼ਿੱਦਤ ਵਿੱਚ ਕੀਤੀ ਹੈ। ਉਸ ਦੀ ਕਵਿਤਾ ਪੰਜਾਬੀ ਸਾਹਿਤ ਦਾ ਹਾਸਲ ਹੈ। ਉਸਨੇ ਪੰਜਾਬੀ ਕਵਿਤਾ ਸਾਹਿਤ ਦੀ ਤੁਰੀ ਆ ਰਹੀ ਪਰੰਪਰਾ ਵਿੱਚ ਆਪਣੇ ਸਮਾਜਿਕ ਅਨੁਭਵ ਦੀ ਵਿਸ਼ਾਲਤਾ ਅਤੇ ਕਾਵਿਕ ਪ੍ਰਗਟਾਅ ਦੀ ਤੀਬਰਤਾ, ਸੁਭਾਵਿਕਤਾ, ਸਹਿਜਤਾ, ਰਾਗਾਤਮਿਕਤਾ ਅਤੇ ਕਲਾਤਮਕਤਾ ਸਹਿਤ ਲਾਸਾਨੀ ਵਾਧਾ ਕੀਤਾ ਹੈ। ਤੋਂ ਜਦੋਂ ਅਸੀਂ ਕਵਿਤਾ ਪੜ੍ਹਦੇ ਹਾਂ ਬਾਵਾ ਬਲਵੰਤ ਦੀ, ਤਾਂ ਇੱਕ ਖਾਸ ਕਿਸਮ ਦਾ ਜਲਾਓ ਅਤੇ ਜਲਵਾ ਉਸ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਔਰ ਉਹ ਜਿਹੜਾ ਜਲਾਓ ਅਤੇ ਜਲਵਾ ਹੈ, ਉਹ ਪਾਠਕ ਦੇ ਉੱਤੇ ਇਸ ਕਦਰ ਪ੍ਰਭਾਵ ਪਾਉਂਦਾ ਹੈ ਕਿ ਪਾਠਕ ਉਸ ਦੀ ਗ੍ਰਿਫਤ ਦੇ ਵਿੱਚ ਆਇਆ ਮਹਿਸੂਸ ਕਰਦਾ ਹੈ। ਇਸ ਕਰਕੇ ਇਹ ਇੱਕ ਉਸਾਰੂ ਜਿਹੜਾ ਹੈ, ਇੱਕ ਪੋਜ਼ੀਟਿਵ, ਇੱਕ ਜਿਹੜਾ ਹੈਗਾ ਹਾਂਦਰੂ ਜਿਹੜਾ ਹੈਗਾ ਉਹ ਸ਼ਾਇਰੀ ਹੈ। ਇਸ ਦੇ ਵਿੱਚੋਂ ਜਿਹੜਾ ਹੈਗਾ ਉਹ ਪਲਾਇਨਵਾਦ ਕਿਤੇ ਵੀ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦਾ ਸਾਨੂੰ।
ਔਰ ਸਾਨੂੰ ਬਲਕਿ ਇਹ ਇੱਕ ਜੀਵਨ ਜਿਉਣ ਦਾ ਜਿਹੜਾ ਚਾਅ ਹੈ, ਜੀਵਨ ਨੂੰ ਮਾਣਨ ਦਾ ਚਾਅ ਹੈ, ਔਰ ਉਸ ਦੇ ਵਿੱਚ ਨਾ ਕੇਵਲ ਪੰਜਾਬੀ ਜਗਤ ਨੂੰ ਬਲਕਿ ਉਸ ਨੂੰ ਸਮੁੱਚੇ ਵਿਸ਼ਵ ਨੂੰ ਉਸ ਦੇ ਨੂੰ ਇੱਕ ਮਾਨਵ ਦੇ ਤੌਰ 'ਤੇ ਸੰਬੋਧਨ ਕੀਤਾ ਗਿਆ ਹੈ। ਇਹ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਾਡੀ ਫਿਲਾਸਫੀ ਸੀ, ਜਿਸ ਦੇ ਵਿੱਚ ਪੂਰੀ ਮਾਨਵਤਾ ਨੂੰ ਇੱਕ ਕਲਾਵੇ 'ਚ ਲੈਣ ਦੀ ਇੱਛਾ ਜਿਹੜੀ ਹੈਗੀ ਆ ਉਹ ਜ਼ਾਹਰ ਕੀਤੀ ਗਈ ਸੀ। ਚਾਹੇ ਉਹ ਬਾਬਾ ਫਰੀਦ ਜੀ ਨੇ ਇੱਕ ਫਿੱਕਾ ਨਾ ਗਲਾਓ ਸਭਨਾ ਮੈਂ ਸੱਚਾ ਧਰੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲ ਮੇ। ਤਾਂ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਫਰੀਦ ਜੀ ਨੇ ਕਿ ਸਾਰੇ ਜਿਹੜੇ ਹੈਗੇ ਨੇ ਉਹ ਅਨਮੋਲ ਮੋਤੀਆਂ ਦੀ ਤਰ੍ਹਾਂ ਨੇ, ਕਿਸੇ ਨਾਲ ਮਾੜਾ ਨਾ ਬੋਲੋ ਕਿਉਂਕਿ ਸਭ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ। ਇਹੀ ਗੱਲ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੀ ਹੈ, ਇਸੇ ਮਾਰਗ 'ਤੇ ਚੱਲਣ ਦਾ ਸਾਨੂੰ ਪ੍ਰੇਰਨਾ ਦਿੱਤੀ ਹੈ। ਬਾਬਾ ਬਲਵੰਤ ਵੀ ਇਸੇ ਧਾਰਾ ਦਾ ਕਵੀ ਹੈ, ਇਸੇ ਪਰੰਪਰਾ ਨੂੰ ਅੱਗੇ ਤੋਰਨ ਵਾਲਾ ਕਵੀ ਹੈ। ਇਸ ਕਰਕੇ ਉਹਦੀ ਜਿਹੜੀ ਕਾਵਿ ਦੀ ਖੂਬਸੂਰਤੀ ਹੈ, ਜਿੱਥੇ ਉਹ ਵਿਚਾਰਕ ਉੱਚਤਾ ਅਤੇ ਮਾਨਵਵਾਦੀ ਦ੍ਰਿਸ਼ਟੀ ਦੀ ਖੂਬਸੂਰਤੀ ਸਾਡੇ ਨਾਲ ਸਾਂਝੀ ਕਰਦਾ ਹੈ, ਉੱਥੇ ਉਸ ਦੀ ਕਲਾਤਮਕ, ਕਿਉਂਕਿ ਉਸਨੇ ਕਿਹਾ ਹੈ ਕਿ ਕੋਈ ਵੀ ਸ਼ਾਇਰ ਜਿਹੜਾ ਹੈਗਾ ਜਿੰਨਾ ਚਿਰ ਉਹ ਲੈਅਬੱਧ ਰਾਗ ਦੇ ਵਿੱਚ ਨਾ ਹੋਵੇ, ਸੰਗੀਤ ਦੇ ਵਿੱਚ ਨਾ ਹੋਵੇ, ਜਿੰਨਾ ਚਿਰ ਮਿਠਾਸ ਦੇ ਨਾਲ ਉਹ ਗੱਲ ਕਹਿਣ ਦੀ ਸਮਰੱਥਾ ਨਾ ਰੱਖਦਾ ਹੋਵੇ, ਉਹਨੂੰ ਜ਼ੁਬਾਨ ਨਹੀਂ ਖੋਲ੍ਹਣੀ ਚਾਹੀਦੀ, ਉਹਨੂੰ ਲਿਖਣਾ ਨਹੀਂ ਚਾਹੀਦਾ। ਤੋ ਇਸ ਕਰਕੇ ਅੱਜ ਤੁਹਾਡੇ ਨਾਲ ਅਸੀਂ ਬਾਬਾ ਬਲਵੰਤ ਦੀ ਕਵਿਤਾ ਦੇ ਵਿਸਤ੍ਰਿਤ ਸਰੂਪ ਨੂੰ ਸਾਹਮਣੇ ਰੱਖਿਆ ਹੈ, ਉਸ ਦੇ ਗੁਣਾਂ ਨੂੰ, ਉਸ ਦੇ ਵਿਚਾਰਕ ਗੁਣਾਂ ਨੂੰ, ਉਸ ਦੇ ਵਿਸ਼ਿਆਂ ਨੂੰ ਔਰ ਉਸ ਦੀ ਕਲਾਤਮਕਤਾ ਨੂੰ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਮਝੇ ਹੋਵੋਗੇ ਉਸ ਦੀ ਕਾਵਿਕ ਸ੍ਰੇਸ਼ਟਤਾ ਨੂੰ, ਉਸ ਦੇ ਗੁਣਾਂ ਨੂੰ, ਔਰ ਤੁਹਾਨੂੰ ਵੀ ਬਹੁਤ ਪ੍ਰੇਰਨਾ ਮਿਲੇਗੀ, ਜੀਵਨ ਜਿਉਣ ਦੀ ਵੀ ਪ੍ਰੇਰਨਾ ਮਿਲੇਗੀ, ਸਾਹਿਤ ਪੜ੍ਹਨ ਦੀ ਵੀ, ਸਾਹਿਤ ਲਿਖਣ ਦੀ ਵੀ, ਔਰ ਪੰਜਾਬੀ ਭਾਸ਼ਾ ਦੇ ਗੌਰਵ ਨਾਲ ਵੀ ਤੁਸੀਂ ਪਰਿਚਿਤ ਹੋਏ ਹੋਵੋਗੇ ਬਹੁਤ ਮਜ਼ਬੂਤ ਢੰਗ ਦੇ ਨਾਲ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ।